ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਗੁਰੂ ਦਰਬਾਰ ਅੰਦਰ ਰੋਜ਼ਾਨਾ ਜੁੜ ਬੈਠ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦੀ ਵਿਆਖਿਆ ਸਰਵਣ ਕਰਦੇ ਹਾਂ। ਹੁਣ ਤੱਕ 5 ਪੌੜੀਆਂ ਦੀ ਵਿਆਖਿਆ ਹੋ ਚੁੱਕੀ ਹੈ। 6 ਨੰਬਰ ਪੌੜੀ ਦਾ ਪਾਠ ਅੱਜ ਆਪ ਜੀ ਨੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਇਸ ਵਿਚਾਰ ਦੇ ਨਾਲ ਨਾਲ ਅਸੀਂ ਜਿੱਥੇ ਅਰਥ ਵਿਚਾਰਨੇ ਹਨ, ਉੱਥੇ ਪਾਠ ਦਾ ਸ਼ੁੱਧ ਉਚਾਰਨ, ਵਿਸਰਾਮ, ਕਿੱਥੇ ਨਾਸਕੀ ਉਚਾਰਨ ਹੈ, ਇਹ ਸਾਰੀ ਵਿਚਾਰ ਸਤਿਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਮਤ ਬੁੱਧ ਅਨੁਸਾਰ ਕਰਦੇ ਹਾਂ। ਅਰਦਾਸ ਹੈ ਗੁਰੂ ਚਰਨਾਂ ਵਿੱਚ ਸਤਿਗੁਰੂ ਮਹਾਰਾਜ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੁਣਨ ਦੀ ਸਾਨੂੰ ਸਮਰੱਥਾ ਸੋਝੀ ਬਖਸ਼ਿਸ਼ ਕਰਨ। 6ਵੀਂ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਫੁਰਮਾਨ ਕਰਦੇ ਹਨ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਤੀਰਥ ਨਾਵਾਂ, ਇੱਥੇ ਨਾਵਾਂ ਪਾਠ ਕੀਤਾ ਜਾਣਾ ਕਿਉਂਕਿ ਇਹਦਾ ਸੰਬੰਧ ਨਹਾਉਣ ਤੋਂ ਹੈ। ਇਹਦਾ ਪਾਠ ਸੀ ਨਾਵਾ ਜਾਂ ਨਾਵਾਂ ਨਹੀਂ ਕਰਾਂਗੇ। ਤੀਰਥ ਨਾਵਾਂ ਜੇ ਤਿਸ ਭਾਵਾਂ, ਭਾਵਾਂ ਵਾਵੇ ਦੇ ਨਾਲ ਜਿਹੜਾ ਕੰਨਾਂ ਲੱਗਾ ਉਹਦੇ ਉੱਪਰ ਬਿੰਦੀ ਦਾ ਉਚਾਰਨ ਹੋਏਗਾ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਜਿਹੜਾ ਕੱਕੇ ਨੂੰ ਸਿਹਾਰੀ ਕੇ ਇਹਦਾ ਉਚਾਰਨ ਕੀ ਨਹੀਂ ਕਰਨਾ ਜਾਂ ਕੇ ਨਹੀਂ ਕਰਨਾ, ਇਹਦਾ ਉਚਾਰਨ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਇਹਦਾ ਉਚਾਰਨ ਕਰਨਾ, ਇਹਨੂੰ ਲਮਕਾਉਣਾ ਨਹੀਂ ਹੈ। ਵਿਣ ਭਾਣੇ ਕੇ ਨਹਾਏ ਕਰੀ, ਇਹਦਾ ਅਰਥ ਭਾਵ ਹੈ ਮੈਂ ਤੀਰਥ ਉੱਤੇ ਜਾ ਕੇ ਤਾਂ ਨਹਾਵਾਂ, ਤਾਂ ਇਸ਼ਨਾਨ ਕਰਾਂ ਤੀਰਥਾਂ ਤੇ ਜਾ ਕੇ। ਜੇ ਤਿਸ ਭਾਵਾਂ, ਇੱਥੇ ਤਿਸ ਦਾ ਅਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ ਰੱਬ। ਮੈਂ ਤੀਰਥਾਂ ਤੇ ਜਾ ਕੇ ਤਾਂ ਇਸ਼ਨਾਨ ਕਰਾਂ ਜੇ ਮੈਂ ਰੱਬ ਜੀ ਨੂੰ ਚੰਗਾ ਲੱਗਾ, ਜੇ ਮੇਰਾ ਨਹਾਉਣਾ ਰੱਬ ਜੀ ਨੂੰ ਚੰਗਾ ਲੱਗੇ। ਵਿਣ ਭਾਣੇ, ਜੇ ਮੇਰਾ ਤੀਰਥਾਂ ਤੇ ਜਾ ਕੇ ਨਹਾਉਣਾ ਮੇਰੇ ਪ੍ਰਭੂ ਨੂੰ ਹੀ ਚੰਗਾ ਨਹੀਂ ਲੱਗਦਾ, ਵਿਣ ਭਾਣੇ ਬਿਨਾਂ ਚੰਗੇ ਲੱਗਿਆ, ਕਿ ਨਹਾਏ ਕਰੀ। ਇੱਥੇ ਜਦੋਂ ਅਸੀਂ ਕਰੀ ਦਾ ਪਾਠ ਕਰਾਂਗੇ, ਕਿ ਨਹਾਏ ਕਰੀ,
ਉੱਥੇ ਕਰੀ ਦੇ ਉੱਪਰ ਬਿਹਾਰੀ ਦੇ ਨਾਲ ਨਾਸਕੀ ਉਚਾਰਨ, ਬਿੰਦੀ ਦਾ ਉਚਾਰਨ ਹੋਵੇਗਾ, ਕਰੀ। ਮੈਂ ਨਹਾ ਕੇ ਫਿਰ ਕੀ ਕਰਾਂ, ਕੀ ਕਰਨਾ ਮੈਂ ਇਸ਼ਨਾਨ ਕਰਕੇ, ਜਿਵੇਂ ਉਸ ਮਾਲਕ ਨੂੰ ਚੰਗਾ ਨਹੀਂ ਲੱਗਦਾ। ਇਹਦਾ ਭਾਵ ਹੈ ਕਿਉਂਕਿ ਲੋਕਾਂ ਨੇ ਤੀਰਥ ਤੇ ਜਾ ਕੇ ਨਹਾਉਣ ਨੂੰ ਰੱਬ ਦੀ ਪ੍ਰਾਪਤੀ ਦਾ ਇੱਕ ਸਾਧਨ ਮੰਨਿਆ ਹੋਇਆ ਸੀ। ਲੋਕ ਕਹਿੰਦੇ ਸਨ ਵੀ ਅਸੀਂ ਗੰਗਾ ਤੇ ਇਸ਼ਨਾਨ ਕਰ ਆਏ, ਅਸੀਂ ਗੋਦਾਵਰੀ ਤੇ ਇਸ਼ਨਾਨ ਕਰ ਆਏ, ਬਸ ਅਸੀਂ ਤਾਂ ਰੱਬ ਨੂੰ ਪ੍ਰਾਪਤ ਕਰ ਲਿਆ। ਆਪਣੇ ਉਹ ਕਰਮਾਂ ਨੂੰ ਨਹੀਂ ਸੀ ਸਵਾਰਦੇ, ਆਪਣੇ ਸੁਭਾਅ ਨੂੰ, ਆਪਣੀਆਂ ਆਦਤਾਂ ਨੂੰ ਨਹੀਂ ਸੀ ਬਦਲਦੇ। ਬਾਣੀ ਵਿੱਚ ਅਸੀਂ ਵਚਨ ਪੜ੍ਹਦੇ ਨਾ, ਪਾਪ ਕਰਹਿ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੈ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸ਼ੰਕ, ਜੰਪੁਰ ਬਾਂਧ ਖਰੇ ਕਲੰਕ। ਕਹਿੰਦੇ ਪੰਜਾਂ ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਨੇ ਤੇ ਫਿਰ ਸਮਾਂ ਕੱਢ ਕੇ ਕਿਸੇ ਤੀਰਥ ਇਸ਼ਨਾਨ ਤੇ ਜਾ ਕੇ ਨਹਾਉਣਾ ਤੇ ਮਨ ਵਿੱਚ ਇਹ ਸੋਚ ਲੈਣਾ ਵੀ ਸਾਡੇ ਸਾਰੇ ਪਾਪ ਹੁਣ ਲੈ ਗਏ। ਸਾਰਾ ਸਾਲ ਪਾਪ ਕੀਤੇ, ਝੂਠ ਬੋਲਿਆ, ਬੁਰੇ ਕਰਮ ਕੀਤੇ, ਸਾਲ ਬਾਅਦ ਜਾ ਕੇ ਹਜ਼ੂਰ ਸਾਹਿਬ ਨਹਾ ਕੇ ਕਹਿ ਆਉਣਾ ਵੀ ਮੈਂ ਸਾਰੇ ਪਾਪ ਲਾਹ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਗੁਰਮਤਿ ਵਿੱਚ ਤੀਰਥ ਇਸ਼ਨਾਨ ਨੂੰ ਕੋਈ ਬਹੁਤੀ ਮਹਾਨਤਾ ਨਹੀਂ ਦਿੱਤੀ ਗਈ। ਇਤਿਹਾਸਕ ਸਥਾਨਾਂ ਤੇ ਯਾਤਰਾ ਕਰਨੀ ਸਿੱਖ ਦੇ ਵਾਸਤੇ ਲਾਜ਼ਮੀ ਹੈ, ਤਾਂ ਕਿ ਉੱਥੋਂ ਇਤਿਹਾਸ ਦੀ ਸਾਨੂੰ ਜਾਣਕਾਰੀ ਹੋਵੇ ਤੇ ਗੁਰੂ ਦਾ ਕੋਈ ਗਿਆਨ, ਕੋਈ ਸਿੱਖਿਆ ਸਾਡੇ ਮਨ ਵਿੱਚ ਵਸ ਜਾਵੇ। ਹਾਂ, ਕਿਤੇ ਜਾ ਕੇ ਕੇਵਲ ਜੇ ਅਸੀਂ ਸੋਚੀਏ ਵੀ ਬਸ ਕਿਸੇ ਸਰੋਵਰ ਵਿੱਚ ਜਾ ਕੇ ਚੁੱਭੀ ਮਾਰ ਕੇ ਅਸੀਂ ਕਹੀਏ ਵੀ ਸਾਡੇ ਪਾਪ ਲੈ ਜਾਣਗੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਐਸਾ ਨਹੀਂ ਹੈ। ਤੀਰਥ ਨਾਵਾਂ ਜੇ ਤਿਸ ਭਾਵਾਂ, ਜਦੋਂ ਉਸ ਮਾਲਕ ਨੂੰ ਹੀ ਤੀਰਥਾਂ ਤੇ ਨਹਾਉਣਾ ਚੰਗਾ ਨਹੀਂ ਲੱਗਦਾ, ਵਿਣ ਭਾਣੇ ਕਿ ਨਹਾਏ ਕਰੀ, ਤੇ ਉਹਨੂੰ ਚੰਗੇ ਲੱਗੇ ਤੋਂ ਬਿਨਾਂ ਮੇਰੇ ਉੱਥੇ ਤੀਰਥਾਂ ਤੇ ਜਾ ਕੇ ਨਹਾਉਣ ਦਾ ਕੀ ਫਾਇਦਾ, ਮੈਂ ਕੀ ਕਰਨਾ ਨਹਾ ਕੇ। ਤੇ ਸਤਿਗੁਰੂ ਮਹਾਰਾਜ ਜੀ ਨੇ ਗੁਰਮਤਿ ਵਿੱਚ ਜਿਸ ਨੂੰ ਤੀਰਥ ਆਖਿਆ ਉਹ ਹੈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸ਼ਬਦ ਦੀ ਵਿਚਾਰ, ਗੁਰੂ ਦਾ ਗਿਆਨ, ਸਤ ਸੰਗਤ ਵਿੱਚ ਬੈਠ ਪਰਮਾਤਮਾ ਦਾ ਨਾਮ ਸਿਮਰਨਾ, ਬਾਣੀ ਪੜ੍ਹਨੀ, ਗੁਰਮਤਿ ਨੇ ਇਹਨੂੰ ਸਭ ਤੋਂ ਵੱਡਾ ਤੀਰਥ ਮੰਨਿਆ। ਇਹੀ ਹੈ ਸਭ ਤੋਂ ਵੱਡਾ ਤੀਰਥ। ਤੀਰਥਾਂ ਤੇ ਨਹਾਉਣ ਵਾਲਿਆਂ ਦੀ ਜਿਹੜੀ ਹਾਲਤ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਬੜਾ ਖੁੱਲ੍ਹ ਕੇ ਬਿਆਨ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਬਾਣੀ ਵਿੱਚ ਕਰਦੇ ਹਨ ਕਿ ਲੋਕ ਦੌੜੇ ਜਾਂਦੇ ਨੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ, ਪਰ ਉਹਨਾਂ ਦੇ ਮਨ ਵਿੱਚ ਉਹੀ ਖੋਟ, ਉਹੀ ਵਿਕਾਰ, ਆਪਣੇ ਸੁਭਾਅ ਨੂੰ ਉਹ ਬਦਲਦੇ ਨਹੀਂ। ਲੋਕੀ 68 ਤੀਰਥ ਨਹਾਈ, ਕੌਰਾ ਪੰਨ ਤਉ ਨਾ ਜਾਈ। ਕਹਿੰਦੇ ਜਿਵੇਂ ਕੌੜ ਤੁੰਬੇ ਨੂੰ ਜਾ ਕੇ ਭਾਵੇਂ 68 ਤੀਰਥਾਂ ਤੇ ਜਾ ਕੇ ਉਹਨੂੰ ਪਾਣੀ 'ਚ ਡੁਬੋ ਕੇ ਕੱਢ ਲਿਆਓ, 68 ਤੀਰਥਾਂ ਦਾ ਉਹਨੂੰ ਇਸ਼ਨਾਨ ਕਰਾ ਲਿਆਓ ਕੌੜ ਤੁੰਬੇ ਨੂੰ, ਕੀ ਉਹਦੇ ਅੰਦਰ ਦੀ ਕੁੜੱਤਣ ਦੂਰ ਹੋ ਜਾਵੇਗੀ? ਨਹੀਂ ਹੋਵੇਗੀ। ਇਸੇ ਕਰਕੇ ਮਨੁੱਖ ਕਹਿਣ ਲੱਗੇ ਦੂਰ ਦੂਰ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ, ਤਨ ਨੂੰ ਪਾਣੀ ਦੇ ਨਾਲ ਮਲ ਮਲ ਕੇ ਧੋਂਦਾ ਫਿਰਦਾ, ਪਰ ਇਹ ਗੱਲ ਉਹ ਨਹੀਂ ਸਮਝਦਾ ਕਿ ਮਨ ਮੈਲੈ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਤੇ ਗੁਰਮਤਿ ਦਾ ਅੰਮ੍ਰਿਤਸਰ ਇੱਕ ਜਿਹੜਾ ਐਸਾ ਤੀਰਥ, ਅੰਮ੍ਰਿਤਸਰ ਜੋ ਸ਼ਹਿਰ ਹਰਿਮੰਦਰ ਸਾਹਿਬ, ਇੱਥੇ ਇਹਦਾ ਭਾਵ ਉਸ ਤੋਂ ਨਹੀਂ, ਜਦੋਂ ਅਸੀਂ ਬਾਣੀ 'ਚ ਪੜ੍ਹਦੇ ਨਾ ਅੰਮ੍ਰਿਤਸਰ ਸਤਿਗੁਰੂ ਸਤਵਾਦੀ ਜਿਤ ਨਹਾਤਾ ਕਊਆ ਹੰਸ ਹੋ ਹੈ, ਉੱਥੇ ਉਹ ਅੰਮ੍ਰਿਤਸਰ ਤੋਂ ਭਾਵ ਹਰਿਮੰਦਰ ਸਾਹਿਬ ਨਹੀਂ, ਉੱਥੇ ਅੰਮ੍ਰਿਤਸਰ, ਕਿਉਂਕਿ ਉਹ ਜਿਹੜਾ ਸ਼ਬਦ ਹੈ ਉਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤਾ ਕਊਆ ਹੰਸ ਹੋ ਹੈ। ਤੇ ਜਿਹੜਾ ਅੰਮ੍ਰਿਤਸਰ ਨਾਮ ਉਸ ਨਗਰ ਦਾ, ਸਰੋਵਰ ਦਾ, ਸ਼ਹਿਰ ਦਾ, ਉਹ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਜਾ ਕੇ ਪਿਆ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉੱਥੇ ਅੰਮ੍ਰਿਤਸਰ ਕਿਸ ਸਥਾਨ ਨੂੰ ਕਹਿ ਰਹੇ ਆ? ਅੰਮ੍ਰਿਤਸਰ ਕਹਿ ਰਹੇ ਆ ਬਾਣੀ ਨੂੰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤਾ ਕਊਆ ਹੰਸ ਹੋ ਹੈ। ਹੁਣ ਕਊਆ ਹੰਸ ਹੋ ਹੈ ਦਾ ਭਾਵ ਅਰਥ ਕੀ ਹੈ? ਵੀ ਜਿਹਦੀ ਕਾਂ ਵਾਲੀ ਬਿਰਤੀ ਹੈ। ਕਾਂ ਦੀ ਬਿਰਤੀ ਕੀ ਹੈ? ਕਾਂ
सतगुरु महाराज जी कहते कांव कफूर न चखे दुर्गंध सुखावे। भाई गुरदास जी दे बोल ने कि जिहड़ा कां ना उहदी बिरती इहो जी है भी उहनूं सुगंधी नहीं चंगी लगती, उहनूं चंगे पदार्थ नहीं चंगे लगते, उहनूं तां दुर्गंध ही चंगी लगती है, उहने तां गंदगी दे विच ही जाके चुंझ मारनी है। ਇਹ ਇੱਕ ਬਿਰਤੀ ਹੈ ਮਨੁੱਖ ਦੀ। ਉਹ ਜਿਹੜੀ ਬਿਰਤੀ ਹੈ ਕਾਂ ਵਾਲੀ, ਭਾਵ ਨਿੰਦਿਆ ਚੁਗਲੀ ਦੇ ਵਿੱਚ ਫਸੇ ਰਹਿਣਾ, ਉਧਰ ਨੂੰ ਪ੍ਰਵਿਰਤ ਰਹਿਣਾ, ਇਹ ਕਾਂ ਬਿਰਤੀ ਹੈ। ਤੇ ਹੰਸ ਬਿਰਤੀ ਕਿਹੜੀ ਹੈ? ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਲੜ ਜਾਵੇ। ਜਿਹੜੀ ਹੰਸ ਵਾਲੀ ਬਿਰਤੀ ਹੈ, ਹੀਰੇ ਮੋਤੀ ਚੁਗਣੇ, ਚੰਗੇ ਗੁਣ ਗ੍ਰਹਿਣ ਕਰਨੇ, ਰੱਬ ਦੀ ਸਿਫਤ ਕਰਨੀ। ਕਹਿਣ ਲੱਗੇ ਇਹ ਸਤ ਸੰਗਤ ਇੱਕ ਐਸਾ ਸਰੋਵਰ ਹੈ, ਜੇ ਕੋਈ ਇਹਦੇ ਵਿੱਚ ਇਸ਼ਨਾਨ ਕਰ ਲੈਂਦਾ ਉਹ ਕਾਂ ਤੋਂ ਹੰਸ ਬਣ ਜਾਂਦਾ। ਉਹਦੀ ਕਾਂ ਵਾਲੀ ਬਿਰਤੀ, ਨਿੰਦਿਆ ਚੁਗਲੀ ਵਾਲੀ ਬਿਰਤੀ ਬਦਲ ਕੇ ਚੰਗੇ ਗੁਣ ਭਾਵ ਪਰਮਾਤਮਾ ਦਾ ਨਾਮ ਜਪਣ ਵਾਲੀ ਬਿਰਤੀ, ਹੰਸ ਬਿਰਤੀ ਉਹਦੀ ਬਣ ਜਾਂਦੀ ਹੈ। ਗੁਰਮਤ ਦਾ ਸਭ ਤੋਂ ਵੱਡਾ ਤੀਰਥ, ਸਭ ਤੋਂ ਵੱਡਾ ਸਰੋਵਰ ਸਤ ਸੰਗਤ ਹੈ। ਤੇ ਇਸ ਸਰੋਵਰ ਤੇ ਇਸ ਤੀਰਥ ਤੇ ਜਿਹੜਾ ਇਸ਼ਨਾਨ ਨਹੀਂ ਕਰਦਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਸਿੱਖ ਹੀ ਨਹੀਂ ਖਵਾ ਸਕਦਾ। ਅਸੀਂ ਬਚਨ ਪੜ੍ਹਦੇ ਹਾਂ ਨਾ 305 ਅੰਗ ਤੇ ਗੌੜੀ ਰਾਗ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉੱਥੇ ਵੀ ਹੁਣ ਅੰਮ੍ਰਿਤ ਸਰ ਨਹਾਵੈ ਦਾ ਜ਼ਿਕਰ ਆਇਆ, ਇਸ਼ਨਾਨ ਕਰੇ ਦਾ ਵੀ ਜ਼ਿਕਰ ਆ ਗਿਆ, ਅੰਮ੍ਰਿਤ ਸਰ ਨਹਾਵੈ ਦਾ ਵੀ ਜ਼ਿਕਰ ਆ ਗਿਆ। ਇਸ਼ਨਾਨ ਕਰੇ ਤੋਂ ਭਾਵ ਵੀ ਆਪਣੇ ਸਰੀਰ ਨੂੰ ਪਾਣੀ ਦੇ ਨਾਲ ਸਾਫ਼ ਕਰੇ, ਇਸ਼ਨਾਨ ਕਰੇ, ਨਹਾਵੇ, ਤਾਂ ਕਿ ਆਲਸ ਦੂਰ ਹੋਵੇ, ਸੁਸਤੀ ਦੂਰ ਹੋਵੇ, ਇਕਾਗਰ ਚਿੱਤ ਹੋਵੇ, ਧਿਆਨ ਸੁਚੇਤ ਹੋ ਜਾਵੇ। ਤੇ ਫਿਰ ਅੰਮ੍ਰਿਤ ਸਰ ਨਹਾਵੈ ਦਾ ਅਰਥ ਹੈ ਬਾਣੀ ਪੜ੍ਹੇ, ਬਾਣੀ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰੇ, ਅੰਮ੍ਰਿਤ ਸਰ ਨਹਾਵੈ। ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਨੂੰ ਜਪਣਾ, ਪੜ੍ਹਨਾ, ਗਾਉਣਾ, ਸੁਣਨਾ, ਇਹ ਹੈ ਅੰਮ੍ਰਿਤ ਸਰ ਨਹਾਉਣਾ। ਤੇ ਜਿਹੜਾ ਸਿੱਖ ਇਸ ਅੰਮ੍ਰਿਤਸਰ ਸਰੋਵਰ ਤੇ ਨਹੀਂ ਨਹਾਉਂਦਾ, ਭਾਵ ਜਿਹੜਾ ਸਿੱਖ ਬਾਣੀ ਨਹੀਂ ਪੜ੍ਹਦਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ, ਵੀ ਸਿੱਖ ਖਵਾਉਣ ਦਾ ਹੱਕ ਹੀ ਉਹਨੂੰ ਹੈ ਜਿਹੜਾ ਇਸ ਸਰੋਵਰ ਤੇ ਇਸ਼ਨਾਨ ਕਰਦਾ ਹੈ, ਜਿਹੜਾ ਬਾਣੀ ਨੂੰ ਪਿਆਰ ਕਰਦਾ ਹੈ, ਜਿਹੜਾ ਬਾਣੀ ਨੂੰ ਸੁਣਦਾ, ਬਾਣੀ ਨੂੰ ਪੜ੍ਹਦਾ, ਬਾਣੀ ਨੂੰ ਗਾਉਂਦਾ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵੀ ਅਸੀਂ ਪੜ੍ਹਦੇ ਨਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਇਸੇ ਕਰਕੇ ਗੁਰੂ ਜੀ ਆਵਾਜ਼ ਮਾਰਦੇ ਪਏ ਨੇ, ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਹੁਣ ਆਵਾਜ਼ ਕੌਣ ਮਾਰਦੇ ਪਏ ਨੇ? ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਆਓ ਗੁਰਸਿੱਖੋ, ਜੇ ਤੁਸੀਂ ਆਨੰਦ ਪ੍ਰਾਪਤ ਕਰਨਾ ਬਾਣੀ ਗਾਓ, ਬਾਣੀ ਸੁਣੋ, ਬਾਣੀ ਪੜ੍ਹੋ। ਕਿਉਂਕਿ ਤੀਰਥਾਂ ਤੇ ਤਾਂ ਗੁਰੂ ਅਮਰਦਾਸ ਸਾਹਿਬ ਜੀ ਲਗਾਤਾਰ 20 ਸਾਲ ਇਸ਼ਨਾਨ ਕਰਨ ਜਾਂਦੇ ਰਹੇ ਹਰਿਦੁਆਰ। 1521 ਤੋਂ ਲੈ ਕੇ 1541 ਤੱਕ ਲਗਭਗ 20 ਸਾਲ ਦਾ ਸਮਾਂ ਗੁਰੂ ਅਮਰਦਾਸ ਸਾਹਿਬ ਜੀ ਹਰਿਦੁਆਰ ਦੀ ਯਾਤਰਾ ਨੰਗੇ ਪੈਰੀਂ ਜਾਂਦੇ ਰਹੇ, ਜਗਰਾਤੇ ਕਰਦੇ ਰਹੇ, ਤੀਰਥਾਂ ਤੇ ਨਹਾਉਂਦੇ ਰਹੇ, ਪਰ ਨਾ ਕੁਝ ਪ੍ਰਾਪਤ ਹੋਇਆ। ਤੇ ਜਦੋਂ ਮਿਲਾਪ ਹੋਇਆ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦਾ, ਤਾਂ ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਿ ਆਨੰਦ ਮੈਨੂੰ ਤੀਰਥਾਂ ਤੋਂ ਜਾ ਕੇ ਨਹੀਂ ਮਿਲਿਆ, ਆਨੰਦ ਮੈਨੂੰ ਸਤਿਗੁਰੂ ਦੇ ਕੋਲੋਂ ਮਿਲਿਆ। ਇਸ ਕਰਕੇ ਸਭ ਤੋਂ ਵੱਡਾ ਸਾਡਾ ਤੀਰਥ ਗੁਰੂ ਹੈ। ਗੁਰੂ ਸਮੁੰਦ ਨਦੀ ਸਭ ਸਿੱਖੀ, ਨਹਾਤਾ ਜਿਤ ਵਡਿਆਈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤੀਰਥ ਨਹਾਵਾਂ ਮੈਂ ਤੀਰਥਾਂ ਤੇ ਤਾਂ ਇਸ਼ਨਾਨ ਕਰਾਂ ਜੇ ਤਿਸ ਭਾਵਾਂ, ਜੇ ਉਸ ਵਾਹਿਗੁਰੂ ਨੂੰ ਚੰਗਾ ਲੱਗਾ। ਬਿਨ ਭਾਣੇ ਕੇ ਨਹਾਏ ਕਰੀ, ਪਰ ਬਿਨਾਂ ਉਹਨੂੰ ਚੰਗੇ ਲੱਗਿਆ ਮੈਂ ਇਸ਼ਨਾਨ ਕਰਕੇ ਕੀ ਕਰਾਂਗਾ? ਫਿਰ ਮੇਰੇ ਇਸ਼ਨਾਨ ਕਰਨ ਦਾ ਲਾਭ ਕੀ ਹੋਇਆ? ਇੱਕ ਸ਼ਬਦ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾ ਚੜੀਐਸ ਹੋਰ। ਕਹਿਣ ਲੱਗੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਮੈਲ ਦਾ ਇੱਕ ਹਿੱਸਾ, ਭਾਵ ਸਰੀਰ ਦੀ ਮੈਲ ਤਾਂ ਲੈ ਗਈ, ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾ ਚੜੀਐਸ ਹੋਰ। ਪਰ ਕਹਿਣ ਲੱਗੇ ਵੀ ਉਹ ਜਿਹੜੀ ਮਨ ਦੇ ਵਿੱਚ ਵਿਕਾਰਾਂ ਵਾਲੀ ਇੱਕ ਹੰਕਾਰ ਦੀ ਭਾਵਨਾ ਆ ਗਈ, ਉਹ ਤਾਂ ਮੈਲ ਹੋਰ ਦੁੱਗਣੀ ਹੋ ਗਈ।
ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਵੀ ਮਨ ਵਿੱਚ ਖੋਟ ਹੈ, ਤਨ ਚੋਰ ਦਾ ਉੱਥੇ ਤਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੈ, ਜਿਹਦਾ ਅਰਥ ਹੈ ਤਨ ਦੇ ਵਿੱਚ ਚੋਰ। ਭਾਵ ਤਨ ਵਿੱਚ ਚੋਰ ਕਿਹੜੇ ਨੇ? ਇਸ ਦੇਹੀ ਅੰਦਰ ਪੰਜ ਚੋਰ ਵਸੈ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਐਸ ਹੋਰ। ਕਹਿੰਦੇ ਉਹ ਹਾਲਤ ਤਾਂ ਇਹ ਬਣੀ ਕਿ ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ। ਕਹਿੰਦੇ ਉਹ ਕੌੜ ਤੁੰਮੇ ਵਾਲੀ ਗੱਲ ਹੀ ਬਣੀ ਵੀ ਉਹ ਕੌੜ ਤੁੰਮੇ ਦੀ ਜਿਹੜੀ ਕੌੜ ਤੁੰਮੀ ਹੈ ਉਹਨੂੰ ਹੁਣ ਬਾਹਰੋਂ ਤਾਂ ਪਾਣੀ ਨਾਲ ਉਹਨੂੰ ਧੋ ਲਿਆ, ਬਾਹਰੋਂ ਤਾਂ ਉਹ ਧੋਤੀ ਗਈ, ਸਾਫ਼ ਹੋ ਗਈ, ਮੈਲ ਲੈ ਗਈ, ਪਰ ਅੰਦਰ ਤਾਂ ਉਹਦੇ ਜ਼ਹਿਰ ਭਰੀ ਪਈ ਹੈ, ਕੁੜੱਤਣ ਭਰੀ ਪਈ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ। ਕਹਿੰਦੇ ਜਿਹੜੇ ਸਾਧ ਭਲੇ ਪੁਰਸ਼ ਨੇ ਜਿਨ੍ਹਾਂ ਦਾ ਜੀਵਨ ਚੰਗਾ ਹੈ ਉਹ ਤੀਰਥਾਂ ਤੇ ਜਾ ਕੇ ਨਹਾਉਣ ਤੋਂ ਐਵੇਂ ਬਿਨਾਂ ਹੀ ਚੰਗੇ ਨੇ, ਭਲੇ ਨੇ। ਪਰ ਜਿਨ੍ਹਾਂ ਦੇ ਅੰਦਰ ਖੋਟ ਹੈ ਉਹ ਤੀਰਥਾਂ ਤੇ ਜਾ ਕੇ ਵੀ ਚੋਰ ਸੇ ਚੋਰਾਂ ਚੋਰ, ਉਹ ਚੋਰ ਦੇ ਚੋਰ ਹੀ ਰਹਿੰਦੇ ਨੇ, ਉਹਨਾਂ ਦੇ ਮਨ ਵਿੱਚੋਂ ਖੋਟ ਨਹੀਂ ਨਿਕਲਦਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਤੀਰਥ ਇਸ਼ਨਾਨ ਤੋਂ ਭਾਵ ਮੰਨਿਆ ਵੀ ਮਨ ਦੀ ਮੈਲ ਵਿਕਾਰਾਂ ਦੀ ਮੈਲ ਦੂਰ ਹੋਵੇ, ਤੇ ਮਨ ਦੀ ਮੈਲ ਵਿਕਾਰਾਂ ਦੀ ਮੈਲ ਗੁਰਬਾਣੀ ਨੇ ਦੂਰ ਕਰਨੀ ਹੈ, ਪਰਮਾਤਮਾ ਦੇ ਨਾਮ ਨੇ ਦੂਰ ਕਰਨੀ ਹੈ। ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਹੁਣ ਇਹਦਾ ਉਚਾਰਨ ਵੀ ਵਿਣ ਭਾਣੇ ਕੇ, ਇਹਦਾ ਉਚਾਰਨ ਅਸੀਂ ਨਾਏ ਨਹੀਂ ਕਰਾਂਗੇ, ਨਾਏ ਨਹਾਏ, ਨਹਾ ਕੇ, ਨਹਾਉਣ ਦੇ ਨਾਲ ਸੰਬੰਧ ਹੈ। ਤੀਰਥ ਨਾਵਾਂ, ਨਾਵਾਂ ਦਾ ਉਚਾਰਨ ਵੀ ਅਸੀਂ ਸੁਧ ਰੂਪ ਦੇ ਵਿੱਚ ਧਿਆਨ ਦੇ ਕੇ ਸਮਝ ਕੇ ਕਰਨਾ। ਤੀਰਥ ਨਾਵਾਂ, ਇਹਦਾ ਅਸੀਂ ਨਾਵਾ ਪਾਠ ਨਹੀਂ ਕਰਨਾ। ਤੇ ਕੇ ਨਹਾਏ ਕਰੀ ਦਾ ਅਸੀਂ ਪਾਠ ਜਿਹੜਾ ਨਾਏ ਨਹੀਂ ਕਰਨਾ। ਇਸ ਨੰਨੇ ਦੇ ਪੈਰ ਵਿੱਚ ਹਾਹੇ ਦੀ ਆਵਾਜ਼ ਆਏਗੀ ਥੋੜੀ ਜਿਹੀ, ਨਹਾਏ ਕੇ ਨਹਾਏ ਕਰੀ। ਵੀ ਮੈਂ ਤੀਰਥਾਂ ਤੇ ਜਾ ਕੇ ਨਹਾ ਕੇ ਫਿਰ ਕੀ ਕਰਾਂ, ਮੈਨੂੰ ਕੀ ਲਾਭ ਹੋਏਗਾ, ਕੀ ਫਾਇਦਾ ਮੇਰੇ ਨਹਾਉਣ ਦਾ, ਜੇ ਮੈਂ ਗੁਰੂ ਨੂੰ ਪਰਮੇਸ਼ਰ ਨੂੰ ਹੀ ਚੰਗਾ ਨਾ ਲੱਗਾ, ਜੇ ਮੇਰੇ ਕਰਮ ਹੀ ਸ਼ੁੱਧ ਨਾ ਹੋਏ। ਅਗਲੀ ਪੰਕਤੀ, ਜੇਤੀ ਸਿਰਠ ਉਪਾਈ ਵੇਖਾਂ। ਵੇਖਾਂ ਖੱਖੇ ਨੂੰ ਕੰਨਾ ਉੱਪਰ ਬਿੰਦੀ ਦਾ ਉਚਾਰਨ ਹੋਏਗਾ। ਜੇਤੀ ਸਿਰਠ ਉਪਾਈ ਵੇਖਾਂ, ਕਿ ਜਿੰਨੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੋਈ ਮੈਂ ਵੇਖਦਾ ਹਾਂ, ਜਿੰਨੇ ਜੀਵ ਪੈਦਾ ਹੋਏ ਉਸ ਵਾਹਿਗੁਰੂ ਦੇ ਕੀਤੇ ਨੇ। ਵਿਣ ਕਰਮਾ ਕੇ ਮਿਲੈ ਲਈ, ਕਿ ਬਿਨਾਂ ਉਸ ਵਾਹਿਗੁਰੂ ਦੀ ਬਖਸ਼ਿਸ਼। ਵਿਣ ਕਰਮਾਂ ਦਾ ਅਰਥ ਹੈ ਬਖਸ਼ਿਸ਼ ਤੋਂ ਬਿਨਾਂ, ਕਰਮ ਦਾ ਅਰਥ ਹੈ ਬਖਸ਼ਿਸ਼। ਵਿਣ ਕਰਮਾ ਭਾਵ ਉਸ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਕੇ ਮਿਲੈ ਲਈ, ਕਿ ਕਿਸੇ ਜੀਵ ਨੂੰ ਬਿਨਾਂ ਬਖਸ਼ਿਸ਼ ਤੋਂ ਕੀ ਮਿਲਦਾ, ਭਾਵ ਕੁਝ ਵੀ ਨਹੀਂ ਮਿਲਦਾ। ਇਸ ਕਰਕੇ ਜੇ ਕੁਝ ਪ੍ਰਾਪਤੀ ਹੋਣੀ ਹੈ ਉਹ ਤੀਰਥਾਂ ਤੇ ਜਾ ਕੇ ਨਹਾਉਣ ਦੇ ਨਾਲ ਨਹੀਂ, ਉਹ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਕੇ ਹੋਣੀ ਹੈ। ਤੇ ਪਰਮਾਤਮਾ ਦੀ, ਪ੍ਰਭੂ ਦੀ, ਗੁਰੂ ਦੀ ਬਖਸ਼ਿਸ਼ ਤਾਂ ਪ੍ਰਾਪਤ ਹੋਏਗੀ ਜੇ ਸਾਡੀ ਜਿਹੜੀ ਜੀਵਨ ਜੁਗਤ ਹੈ ਉਹ ਚੰਗੀ ਹੋਵੇਗੀ, ਸੋਹਣੀ ਹੋਵੇਗੀ, ਨਿਰਮਲ ਜੀਵਨ ਜੁਗਤ ਹੋਵੇਗੀ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਹਿਣ ਲੱਗੇ ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਵੇ ਤਾਂ ਸਾਡੀ ਮਤ ਵਿੱਚ ਚੰਗੇ ਗੁਣ, ਰਤਨ ਜਵਾਹਰ ਮਾਣਕ ਪੈਦਾ ਹੋ ਜਾਣਗੇ। ਭਾਵ ਉਹ ਗੁਣ, ਸੋਹਣੇ ਗੁਣ ਸਾਡੇ ਅੰਦਰ ਪੈਦਾ ਹੋ ਜਾਣਗੇ ਜੇ ਅਸੀਂ ਗੁਰੂ ਦੀ ਇੱਕ ਸਿੱਖਿਆ ਵੀ ਸੁਣ ਲਈਏ। ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਥੇ ਜਿਹੜਾ ਇੱਕ ਦਾ ਸੰਬੰਧ ਉਹ ਗੁਰ ਦੇ ਨਾਲ ਨਹੀਂ ਹੈ, ਇੱਕ ਗੁਰੂ ਦੀ ਸਿੱਖਿਆ ਦੀ ਗੱਲ ਇੱਥੇ ਨਹੀਂ ਹੈ, ਇੱਥੇ ਗੁਰੂ ਦੀ ਇੱਕ ਸਿੱਖਿਆ ਦੀ ਗੱਲ ਹੈ। ਜੇ ਇੱਕ ਗੁਰ ਕੀ ਸਿੱਖ ਸੁਣੀ, ਇਸੇ ਕਰਕੇ ਈੜੀ ਨੂੰ ਸਿਹਾਰੀ, ਕੱਕਾ ਜਿਹੜਾ ਹੈ ਉਹ ਮੁਕਤਾ ਹੈ, ਉਹ ਮੁਕਤਾ ਹੈ। ਕੱਕੇ ਨੂੰ ਔਂਕੜ ਇਸ ਕਰਕੇ ਨਹੀਂ ਲੱਗਿਆ ਕਿਉਂਕਿ ਇਹਦਾ ਸੰਬੰਧ ਅੱਗੇ ਜਿਹੜਾ ਗੁਰ ਕੀ ਸਿੱਖ, ਇਹ ਇੱਕ ਦਾ ਸੰਬੰਧ ਸਿੱਖ ਦੇ ਨਾਲ ਹੈ। ਇੱਥੇ ਸਿੱਖ ਦਾ ਅਰਥ ਹੈ ਸਿੱਖਿਆ। ਜੇ ਇੱਥੇ ਸਿੱਖ ਦਾ ਅਰਥ ਸਿੱਖ ਹੁੰਦਾ ਫਿਰ ਖੱਖੇ ਨੂੰ ਔਂਕੜ ਆਉਣਾ ਸੀ।
ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਵੇ ਤਾਂ ਮਨ ਵਿੱਚ ਮਤ ਵਿੱਚ ਚੰਗੇ ਗੁਣ ਸਾਡੇ ਪੈਦਾ ਹੋ ਜਾਂਦੇ ਨੇ, ਪੈਦਾ ਹੋ ਜਾਣਗੇ। ਤੇ ਉਹਨਾਂ ਗੁਣਾਂ ਕਰਕੇ ਅਸੀਂ ਪਰਮਾਤਮਾ ਨੂੰ ਚੰਗੇ ਲੱਗਾਂਗੇ, ਪਰਮੇਸ਼ਰ ਨੂੰ ਚੰਗੇ ਲੱਗਾਂਗੇ। ਇਸ ਕਰਕੇ ਭਾਵ ਤੀਰਥਾਂ ਤੇ ਜਾ ਕੇ ਨਹਾਉਣ ਦੇ ਨਾਲੋਂ ਗੁਰੂ ਦੀ ਇੱਕ ਸਿੱਖਿਆ ਨੂੰ ਧਿਆਨ ਦੇ ਨਾਲ ਸੁਣ ਲਿਆ ਜਾਵੇ, ਗੁਰੂ ਦੀ ਇੱਕ ਸਿੱਖਿਆ ਨੂੰ ਧਿਆਨ ਦੇ ਨਾਲ ਸੁਣ ਲਿਆ ਜਾਵੇ। ਗੁਰੂ ਨੇ ਹੁਕਮ ਕੀਤਾ, ਝੂਠ ਨਹੀਂ ਬੋਲਣਾ, ਪਾਪ ਨਹੀਂ ਕਰਨਾ, ਬੁਰਾ ਨਹੀਂ ਸੋਚਣਾ, ਫਿੱਕਾ ਨਹੀਂ ਬੋਲਣਾ। ਇਦਾਂ ਦੀ ਇੱਧਰ ਜਿਹੜੀ ਗੁਰੂ ਦੀ ਸਿੱਖਿਆ ਜਿਹੜੀ ਮੱਤ ਹੈ ਨਾ, ਇਹਨੂੰ ਗ੍ਰਹਿਣ ਕਰ ਲਿਆ ਜਾਵੇ। ਇਹ ਤੀਰਥਾਂ ਤੇ ਜਾ ਕੇ ਨਹਾਉਣ ਦੇ ਨਾਲੋਂ 100 ਦਰਜੇ ਚੰਗੀ ਹੈ। ਇਸ ਕਰਕੇ ਜੇ ਤੀਰਥਾਂ ਤੇ ਜਾ ਕੇ ਨਹਾਉਂਦੇ ਫਿਰਦੇ ਰਹੇ ਪਰ ਗੁਰੂ ਦੀ ਸਿੱਖਿਆ ਇੱਕ ਵੀ ਨਾ ਸੁਣੀ, ਕਿਉਂਕਿ ਕਈਆਂ ਦਾ ਤਾਂ ਤੀਰਥਾਂ ਤੇ ਨਹਾਉਣਾ ਵੀ ਇਸ ਤਰ੍ਹਾਂ ਦਾ ਹੁੰਦਾ। ਕਹਿੰਦੇ ਇੱਕ ਨਗਰ ਦੇ ਵਿੱਚੋਂ ਯਾਤਰਾ ਦੇ ਵਾਸਤੇ ਕੋਈ ਵਾਹਨ ਜਾ ਰਿਹਾ ਸੀ, ਇੱਕ ਉਸ ਨਗਰ ਦੇ ਹੀ ਬੰਦਾ ਉਹ ਕਹਿੰਦਾ ਵੀ ਮੈਂ ਵੀ ਜਾਣਾ। ਉਹਦਾ ਸਭ ਨੂੰ ਪਤਾ ਸੀ ਵੀ ਇਹਨੂੰ ਚੋਰੀ ਦੀ ਆਦਤ ਹੈ। ਉਹ ਕਹਿੰਦੇ ਭਾਈ ਤੈਨੂੰ ਨਹੀਂ ਲੈ ਕੇ ਜਾਣਾ। ਉਹ ਕਹਿੰਦਾ ਨਹੀਂ ਨਹੀਂ, ਮੈਂ ਤੁਹਾਡੇ ਨਾਲ ਜਿੰਨੀ ਦੇਰ ਰਵਾਂਗਾ ਨਾ, ਮੈਂ ਕੋਈ ਚੋਰੀ ਆਦ ਨਹੀਂ ਕਰਾਂਗਾ। ਉਹ ਕਹਿਣ ਲੱਗੇ ਚਲੋ ਇਹ ਸੁਧਰ ਜਾਵੇ, ਨਾਲ ਲੈ ਗਏ। ਉਹ ਜਦੋਂ ਹੁਣ ਯਾਤਰਾ ਤੇ ਗਏ, ਕਿਸੇ ਦਾ ਜੋੜਾ ਨਾ ਲੱਭੇ, ਕਿਸੇ ਦਾ ਥੈਲਾ ਨਾ ਲੱਭੇ, ਇੱਧਰ ਉੱਧਰ ਹੱਥ ਪੱਲਾ ਮਾਰਿਆ ਕਰਨ, ਲੱਭ ਪਿਆ ਕਰੇ। ਉਹ ਬੜੇ ਦੁਖੀ ਹੋਏ। ਉਹਨੂੰ ਕਿਹਾ, ਕਹਿਣ ਲੱਗੇ ਇਸੇ ਕਰਕੇ ਅਸੀਂ ਤੈਨੂੰ ਲੈ ਕੇ ਨਹੀਂ ਸੀ ਆਉਂਦੇ, ਤੂੰ ਆਪਣੀ ਆਦਤ ਤੋਂ ਬਾਜ ਤਾਂ ਆਇਆ ਨਹੀਂ। ਉਹ ਕਹਿੰਦਾ ਨਹੀਂ ਭਾਈ, ਮੈਂ ਤੁਹਾਡੇ ਨਾਲ ਵਾਅਦਾ ਕਰਕੇ ਤੁਰਿਆ ਸੀ ਵੀ ਮੈਂ ਜਿੰਨੀ ਦੇਰ ਤੁਹਾਡੇ ਨਾਲ ਰਵਾਂਗਾ ਮੈਂ ਚੋਰੀ ਨਹੀਂ ਕਰਾਂਗਾ। ਤੇ ਕਹਿੰਦੇ ਫਿਰ ਆ ਤੂੰ ਚੋਰੀ ਕਰਦਾ ਤੇ ਹੈ। ਉਹ ਕਹਿੰਦੇ ਨਹੀਂ, ਚੋਰੀ ਨਹੀਂ ਕਰਦਾ, ਤੁਹਾਡੀ ਚੀਜ਼ ਗਵਾਚਦੀ ਹੈ, ਲੱਭ ਜਾਂਦੀ ਹੈ ਨਾ, ਮੈਂ ਚੋਰੀ ਨਹੀਂ ਕਰਦਾ। ਇਹ ਤਾਂ ਮੇਰਾ ਅਭਿਆਸ ਹੈ ਵੀ ਤੀਰਥ ਯਾਤਰਾ ਤਾਂ 7-8 ਦਿਨਾਂ ਦੀ ਹੈ, ਬਾਅਦ ਵਿੱਚ ਮੇਰਾ ਕੀ ਬਣੇਗਾ, ਮੇਰਾ ਅਭਿਆਸ ਟੁੱਟ ਜਾਵੇਗਾ। ਭਾਵ ਉਹ ਪਹਿਲਾਂ ਹੀ ਮਨ ਵਿੱਚ ਸੋਚ ਕੇ ਰੱਖਦੇ ਨੇ ਵੀ ਆਹ ਬਸ ਥੋੜਾ ਜਿਹਾ ਸਮਾਂ ਹੈ, ਇੰਨਾ ਕੁ ਆਪਾਂ ਸਾਰ ਲੈਂਦੇ ਹਾਂ, ਵੀ ਆਪਣੇ ਆਪ ਨੂੰ ਬਦਲਣਾ ਨਹੀਂ। ਜੇ ਆਪਣੇ ਜੀਵਨ ਨੂੰ, ਆਪਣੀਆਂ ਆਦਤਾਂ ਨੂੰ, ਆਪਣੇ ਬੁਰੇ ਖਿਆਲਾਂ ਨੂੰ ਅਸੀਂ ਬਦਲਣਾ ਨਹੀਂ ਹੈ ਤੇ ਫਿਰ ਸਾਡਾ ਤੀਰਥਾਂ ਤੇ ਜਾ ਕੇ ਨਹਾਉਣਾ ਇਹ ਸਭ ਕੁਝ ਵਿਅਰਥ ਹੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਗੁਰੂ ਦੀ ਇੱਕ ਸਿੱਖਿਆ ਜੇ ਅਸੀਂ ਸੁਣ ਲਵਾਂਗੇ, ਸਾਡੇ ਮਨ ਵਿੱਚ, ਸਾਡੀ ਬੁੱਧੀ ਵਿੱਚ ਸੋਹਣੇ ਚੰਗੇ ਗੁਣ ਟਿਕ ਜਾਣਗੇ। ਤੇ ਇਸ ਕਰਕੇ ਸਾਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹੀ ਅਰਦਾਸ ਕਰਨੀ ਬਣਦੀ ਹੈ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਅਸੀਂ ਇਹ ਜਿਹੜੇ ਬੋਲ ਨੇ ਅੱਜ ਦੂਜੀ ਵਾਰ ਪੜ੍ਹੇ ਨੇ ਕਿ ਗੁਰਾ ਇੱਕ ਦੇਹ 부ਝਾਈ। ਹੁਣ ਇਹਦਾ ਅਸੀਂ ਜਿਹੜਾ ਪਾਠ ਹੈ, ਜਿਹੜਾ ਉਚਾਰਨ ਹੈ, ਉਹ ਅਸੀਂ ਪੱਕਾ ਦ੍ਰਿੜ ਕਰ ਲਈਏ ਵੀ ਇਹਦੇ ਅਸੀਂ ਗੁਰਾ ਦੇ ਰਾਰੇ ਨੂੰ ਕੰਨਾ ਜਿਹੜਾ ਉਹ ਤੇ ਬਿੰਦੀ ਜਿਹੜੀ ਭੁੱਲ ਕੇ ਵੀ ਉਚਾਰਨ ਨਹੀਂ ਕਰਨੀ। ਕਈ ਵਾਰ ਸੁਣਦੇ ਆ ਐਸਾ ਪਾਠ, ਗੁਰਾ ਪਾਠ ਕੀਤਾ ਜਾਂਦਾ, ਗੁਰਾ ਇੱਕ ਦੇਹ 부ਝਾਈ ਨਹੀਂ, ਗੁਰਾ ਜਿਵੇਂ ਅਸੀਂ ਆਵਾਜ਼ ਮਾਰਨੀ ਹੈ ਨਾ, ਮੇਰੇ ਸਤਿਗੁਰਾ, ਇਸ ਤਰ੍ਹਾਂ ਇੱਕ ਗੁਰੂ ਅੱਗੇ ਤਰਲਾ ਹੈ ਵੀ ਗੁਰਾ ਇੱਥੇ ਥੋੜਾ ਰੁਕਣਾ ਹੈ। ਗੁਰਾ ਇੱਕ ਦੇਹ 부ਝਾਈ, 부ਝਾਈ ਦਾ ਅਰਥ ਹੈ ਸਮਝ, ਅਕਲ, ਮਤ, ਵੀ ਇਹ ਸਤਿਗੁਰੂ ਜੀ ਮੈਨੂੰ ਇੱਕ ਮਤ ਦੇ ਦਿਓ, ਮੈਨੂੰ ਇੱਕ ਸਿੱਖਿਆ ਦੇ ਦਿਓ। 부ਝਾਈ ਦਾ ਅਰਥ ਹੈ ਸਮਝ। ਕੀ ਸਮਝ ਦੇ ਦਿਓ, ਕੀ ਮਤ ਦੇ ਦਿਓ? ਇਹ ਮੈਨੂੰ ਮਤ ਦੇ ਦਿਓ, ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰੇ ਜੀਵਾਂ ਦਾ ਦਾਤਾ ਉਹ ਇੱਕ ਹੀ ਹੈ। ਸੋ ਮੈਂ ਵਿਸਰ ਨਾ ਜਾਈ, ਬਸ ਇਹ ਕਿਰਪਾ ਕਰ ਦਿਓ ਕਿ ਮੈਨੂੰ ਉਹ ਵਿਸਰ ਨਾ ਜਾਵੇ, ਮੈਨੂੰ ਕਦੇ ਵੀ ਉਹ ਭੁੱਲੇ ਨਾ। ਤੇ ਜਦੋਂ ਅਸੀਂ ਆਪਣੇ ਹੱਥਾਂ 'ਚ ਨਗਾਂ ਵਾਲੀਆਂ ਮੁੰਦਰੀਆਂ ਪਾਉਂਦੇ ਹਾਂ, ਰਾਸੀ ਫਲ ਸੁਣਦੇ ਹਾਂ, ਧਾਗੇ ਤਵੀਤਾਂ ਵਾਲਿਆਂ ਕੋਲ ਜਾਂਦੇ ਹਾਂ, ਉਦੋਂ ਸੱਚ ਜਾਣਿਓ ਸਾਨੂੰ ਉਹ ਦਾਤਾ ਵਿਸਰਿਆ ਹੁੰਦਾ, ਭੁੱਲਿਆ ਹੁੰਦਾ। ਉਦੋਂ ਅਸੀਂ ਸਮਝਦੇ ਹਾਂ ਵੀ ਦਾਤੇ ਇਹ ਹੀ ਨੇ ਜਿਹੜੇ ਸਾਨੂੰ ਮੁੰਦਰੀ ਪਹਿਨਾ ਰਹੇ ਨੇ। ਨਹੀਂ ਭਾਈ, ਅਸੀਂ ਰੋਜ਼ ਗੁਰੂ ਅੱਗੇ ਅਰਦਾਸ ਕਰਦੇ ਹਾਂ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜਪਜੀ ਸਾਹਿਬ ਪੜ੍ਹਨ ਵਾਲਾ ਵੀ ਜੋਤਸ਼ੀਆਂ ਦੇ ਕੋਲ ਜਾਂਦਾ ਹੈ
ਉਧਰ ਧੱਕੇ ਖਾਂਦਾ, ਠੇਡੇ ਖਾਂਦਾ, ਤੇ ਫਿਰ ਤਾਂ ਜਪਜੀ ਸਾਹਿਬ ਪੜ੍ਹੇ ਦਾ ਕੋਈ ਫਾਇਦਾ ਨਾ ਹੋਇਆ। ਇਸ ਕਰਕੇ ਗੁਰੂ ਕਿਰਪਾ ਕਰਨ। ਸਤਿਗੁਰੂ ਮਹਾਰਾਜ ਵਾਰ-ਵਾਰ ਸਾਨੂੰ ਇਹੀ ਦ੍ਰਿੜ ਕਰਾ ਰਹੇ ਨੇ, ਰੋਜ਼ ਨਿਤਨੇਮ ਕਰਨ ਵਿੱਚ ਜਪਜੀ ਸਾਹਿਬ ਪੜ੍ਹਨ ਲਈ। ਇਸੇ ਕਰਕੇ ਸੁਨੇਹਾ ਹੈ, ਆਗਿਆ ਹੈ, ਹੁਕਮ ਹੈ ਕਿ ਅਸੀਂ ਬਾਹਰੋਂ ਦੂਜੀਆਂ ਥਾਵਾਂ ਤੇ ਭਟਕਣੋਂ ਹਟ ਜਾਈਏ। ਸਾਨੂੰ ਸਮਝ ਪੈ ਜਾਵੇ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਵਾਹਿਗੁਰੂ ਸਾਨੂੰ ਕਦੇ ਵੀ ਵਿਸਰੇ ਨਾ, ਉਹਦੇ ਤੇ ਸਾਨੂੰ ਟੇਕ ਆ ਜਾਵੇ, ਭਰੋਸਾ ਬਣ ਜਾਵੇ, ਸ਼ਰਧਾ ਬਣ ਜਾਵੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮੇਟੈ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।